ਭੈਣੋ ਤੇ ਭਰਾਵੋ, ਸੱਜਣੋ ਤੇ ਮਿੱਤਰੋ, I-95 ਟੈਲੀਵਿਜ਼ਨ 'ਚ ਸਮਰੀਨ ਫਹੀਮ ਦੇ ਪ੍ਰੋਗਰਾਮ 'ਚ ਸਮਰੀਨ ਦੀ ਬੈਠਕ 'ਚ ਜੀ ਆਇਆਂ ਨੂੰ। ਤੇ ਅੱਜ ਮੈਂ ਜਿਹੜੀ ਆਪਣੀ ਮਹਿਮਾਨ ਲੈ ਕੇ ਆਈ ਹਾਂ, ਬੜੀ ਪਿਆਰੀ, ਸੋਹਣੀ ਤੇ ਮਨਮੋਹਣੀ, ਜਿਨ੍ਹਾਂ ਦਾ ਤਾਲੁਕ ਪਾਕਿਸਤਾਨ ਦੇ ਨਾਲ ਹੈ, ਲੇਕਿਨ ਉਹ ਬਹੁਤ ਅਰਸੇ ਤੋਂ ਇੱਥੇ ਅਮਰੀਕਾ 'ਚ ਮੁਕੀਮ ਨੇ, ਜਿਨ੍ਹਾਂ ਨੇ ਆਪਣੀ ਬੜੀ ਮਿਹਨਤ ਤੇ ਲਗਨ ਦੇ ਨਾਲ ਆਪਣਾ ਇੱਕ ਮੁਕਾਮ ਬਣਾਇਆ ਹੈ ਤੇ ਅੱਜ ਬੜੀ ਕਾਮਯਾਬ ਬਿਜ਼ਨਸ ਵੂਮਨ ਨੇ। ਨਾਮ ਉਹਨਾਂ ਦਾ ਵੇ ਅੰਜੁਮ ਫਰਜ਼ਾਨਾ ਜੀ। फरजाना जी, अस्सलाम वालेकुम। जी समरीन जी, वालेकुम अस्सलाम। आज मैं बहुत खुशी महसूस कर रही हूँ कि आज मैं समरीन दी बैठक का हिस्सा बनी हुई हूँ। समरीन दी बैठक विच बैठी हाँ I-95 ਟੈਲੀਵਿਜ਼ਨ ਵੱਲੋਂ ਤੇ I-95 ਟੈਲੀਵਿਜ਼ਨ ਦਾ ਵੀ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਮੈਨੂੰ ਆਨਰ ਦਿੱਤਾ ਤੇ ਇਸ ਪ੍ਰੋਗਰਾਮ ਦੀ ਵਜ੍ਹਾ ਤੋਂ ਅੱਜ ਮੈਂ ਪੰਜਾਬੀ ਵਿੱਚ ਵੀ ਆਈ ਛੇ ਜਿਹੜਾ ਮੈਂ ਕਦੀ ਲਾਈਕ ਸੋਚਿਆ ਵੀ ਨਹੀਂ ਸੀ ਕਿ ਮੈਂ ਕੋਈ ਪੰਜਾਬੀ ਮੈਨੂੰ ਆ ਸਕਦੀ ਹੈ, ਲੇਕਿਨ ਐਵੇਂ ਕਿ ਮੇਰਾ ਮੋਟਿਵ ਹੀ ਐਵੇਂ ਕਿ ਯੈਸ ਆਈ ਕੈਨ ਡੂ ਇਟ ਤੇ ਚੀਜ਼ ਦਾ ਇਨਸਾਨ ਤਾਂ ਲਾਈਕ ਸੋਚ ਲਵੇ ਕਿ ਉਹ ਕਰ ਸਕਦਾ ਹੈ, ਉਹ ਵਾਕਈ ਕਰ ਸਕਦਾ ਹੈ। ਮੈਂ ਪ੍ਰਾਊਡ ਫੀਲ ਕਰ ਰਹੀ ਹਾਂ ਕਿ ਮੈਂ ਵਾਕਈ ਕਰ ਸਕਦੀ ਹਾਂ, ਪੰਜਾਬੀ ਬੋਲ ਸਕਨੀ ਆ। ਯਾਨੀ ਕਿ 3 ਦਿਨ ਤੋਂ ਮੈਂ ਬਾਰ-ਬਾਰ ਕਹਿੰਦੀ ਹਾਂ ਕਿ ਇਹ ਪ੍ਰੋਗਰਾਮ ਸਿਰਫ ਪੰਜਾਬੀ ਦਾ ਔਰ ਪੰਜਾਬੀ ਹੀ ਬੋਲਣੀ ਹੈ। ਔਰ ਕੋਈ ਗਲਤੀ ਨਹੀਂ ਦੇਖੋ, ਇਹ ਬੜੀ ਮਿਹਨਤ ਹੈ, ਬੜਾ ਪਿਆਰ ਹੈ ਕਿ ਅਸੀਂ ਆਪਣੀ ਬੈਠਕ ਦੇ ਵਿੱਚ ਅਸੀਂ ਬੜੀ ਖੁਦ ਵੀ ਖੁਸ਼ੀ ਮਹਿਸੂਸ ਪੇ ਕਰਨੀ ਆ ਕਿ ਤੁਸੀਂ ਵਾਕਈ ਉਹ ਜਿਹੜਾ ਕਰ ਦਿਖਾਇਆ ਹੈ ਮੈਂ ਵਾਕਈ ਕਰ ਸਕਦੀ ਹਾਂ। ਜਾਂ ਫਿਰ ਤੁਸੀਂ ਇੰਜ ਕਹਿ ਲਓ ਕਿ ਮੇਰੇ ਕੋਲ ਨੇ ਗੱਲਾਂ ਦੋ, ਅੱਛਾ, ਜਾਂ ਆਪਣਾ ਕਰ ਜਾਂ ਮੇਰਾ ਹੋ, ਤੇ ਅੱਜ ਮੈਂ ਪੰਜਾਬੀ ਨੂੰ ਆਪਣਾ ਕਰ ਲਿਆ। ਨਹੀਂ, ਤੁਸੀਂ ਪੰਜਾਬੀ ਨੂੰ ਕਰ ਲਿਆ ਦਾ ਮਤਲਬ ਹੈ ਕਿ ਸਾਡੀ ਬੈਠਕ ਦਾ ਹਿੱਸਾ ਬਣ ਗਏ ਹੋ। ਬਿਲਕੁਲ। ਅੱਛਾ ਜੀ, ਫਰਜ਼ਾਨਾ ਜੀ ਤੁਸੀਂ ਕਿੰਨੇ ਅਰਸੇ ਤੋਂ ਅਮਰੀਕਾ 'ਚ ਹੋ? ਐਕਚੁਅਲੀ ਅਸੀਂ ਇੱਥੇ ਅਜੇ ਅਰਾਊਂਡ 25 ਇਅਰਸ ਤੋਂ, ਤੇ ਬਸ ਜਦੋਂ ਦੇ ਇੱਥੇ ਆਏ ਆ, ਇੱਥੇ ਵਰਜੀਨੀਆ 'ਚ ਸੈਟਲ, ਤੇ ਬਸ ਇੱਥੇ ਹੀ ਸਭ ਕੁਝ ਚੱਲਦਾ ਹੈ, ਲੇਕਿਨ ਬਿਜ਼ਨਸ ਮੇਰਾ ਮੈਰੀਲੈਂਡ 'ਚ ਹੈ। ਮੈਂ ਵੀ ਬੈਠੀ ਹੋਈ ਹਾਂ, ਮੈਰੀਲੈਂਡ 'ਚ ਹੀ ਬੈਠੀ ਹੋਈ ਹਾਂ ਬਿਜ਼ਨਸ ਤੇ। ਜੀ ਅੱਛਾ, ਤੁਸੀਂ ਆਪਣੀ ਕੁਝ ਤਾਲੀਮ ਦੇ ਬਾਰੇ 'ਚ ਦੱਸੋ ਕਿ ਤੁਸੀਂ ਉੱਥੇ ਕਰਕੇ ਆਏ ਕਿ ਇੱਥੇ ਆ ਕੇ ਵੀ ਤੁਸੀਂ ਕੁਝ ਤਾਲੀਮ ਹਾਸਿਲ ਕੀਤੀ? ਜੀ ਮੇਰੀ ਤਾਲੀਮ ਬੜੀ ਆਫ ਐਂਡ ਔਨ ਰਹੀ ਹੈ। ਮੇਰੇ ਫਾਦਰ ਇੰਜੀਨੀਅਰ ਸਨ ਤੇ ਉਹਨਾਂ ਦਾ ਜਿੱਥੇ ਪੋਸਟਿੰਗ ਹੁੰਦਾ ਗਿਆ ਸੀ, ਨਾਲ ਉੱਥੇ ਲਾਈਕ ਉੱਥੇ ਹੀ ਦੇ ਸਿਲਸਿਲੇ ਵੀ ਚੱਲਦੇ ਰਹੇ, ਅਬਰੋਡ ਵੀ, ਪਾਕਿਸਤਾਨ ਵੀ। ਤੇ ਫਿਰ ਐਵੇਂ ਕਿ ਇੱਥੇ ਆਏ ਜਦੋਂ, ਤੇ ਫਿਰ ਇੱਥੇ ਹੀ ਆ ਕੇ ਸੈਟਲ ਹੋ ਕੇ ਪਰਮਾਨੈਂਟ ਇੱਥੇ ਆ ਕੇ ਫਿਰ ਮੈਂ ਆਪਣਾ ਕੰਪਲੀਟ ਕੀਤੀ ਸਟੱਡੀ। ਉਸ ਤੋਂ ਬਾਅਦ ਮੈਂ MBA ਕੀਤਾ ਇੱਥੇ ਆ ਕੇ। ਫਿਰ ਮੈਂ ਇੱਥੇ ਨਾਲ IT 'ਚ ਵੀ ਪੰਗਾ ਲਿਆ ਥੋੜਾ ਜਿਹਾ, 2 ਸਾਲ ਮੈਂ IT ਵੀ ਕੀਤੀ। ਕੁਝ ਕਰਨ ਨੂੰ ਨਹੀਂ ਸੀ ਇੱਥੇ, ਬਸ ਇਹੀ ਕੁਝ, ਕਦੀ ਜੌਬ ਨਹੀਂ ਸੀ ਕੀਤਾ ਤੇ ਬਸ ਪੜ੍ਹਾਈ ਵਾਲੀ ਫਿਰ ਲੱਗ ਗਏ ਕਿ ਕੁਛ ਨਾ ਕੁਛ, ਔਰ ਮੈਂ ਲਾਈਕ ਬੈਠ ਨਹੀਂ ਸਕਦੀ ਸੀ, ਮੈਨੂੰ ਸੀ ਕਿ ਮੈਂ ਕੁਛ ਨਾ ਕੁਛ ਕਰਦੀ ਰਵਾਂ। ਅੱਛਾ ਤੁਸੀਂ IT 'ਚ ਕੀਤਾ ਤੇ MBA ਵੀ ਕੀਤਾ, ਤੇ ਇਹ ਤੁਸੀਂ ਦੱਸੋ ਕਿ ਇਹ ਪੜ੍ਹਾਈ ਦੇ ਬਾਅਦ ਤੁਸੀਂ ਫਿਰ ਇਹ ਬਿਜ਼ਨਸ 'ਚ ਕਿਸ ਤਰ੍ਹਾਂ ਆਏ? ਮੈਂ ਪਹਿਲੇ ਜੌਬ ਕੀਤੀ ਸੀ ਜੇ IT 'ਚ ਵੀ, ਲਾਈਕ ਕਹਿ ਲਓ ਕਿ ਇੱਕ ਵੀਕ ਲਈ ਗਈ ਸੀ, ਕਿਉਂਕਿ ਮੈਨੂੰ ਉੱਥੇ ਜਦੋਂ ਸਾਡੇ ਆਖਰੀ ਵੀਕ ਸੀ ਇਹਦਾ ਕਿ IT ਦੀ ਕਲਾਸਿਸ ਦਾ ਚੱਲ ਰਿਹਾ ਤੇ ਸੈਮੀਨਾਰਸ ਵਗੈਰਾ ਹੋ ਰਹੇ ਸੀ ਸਾਡੇ ਉੱਥੇ, ਤੇ ਉਹ ਫਿਰ ਇੱਕ ਕੰਪਨੀ ਰੈਸਟੋਰੈਂਟ ਹਰਿੰਡਨ ਦੀ ਸੀ, ਉਹਨਾਂ ਨੇ ਮੈਨੂੰ ਅਪਾਇੰਟ ਕੀਤਾ ਆਪਣੀ ਕੰਪਨੀ। ਮੈਨੂੰ ਉਦੋਂ ਕੋਈ ਐਕਸਪੀਰੀਅੰਸ ਵੀ ਨਹੀਂ ਸੀ, ਕੁਝ ਵੀ ਨਹੀਂ ਸੀ ਕਿਸੇ ਜੌਬ ਦਾ, ਤੇ ਮੈਂ ਵੀ ਐਕਸੈਪਟ ਕਰ ਲਈ। ਤੇ ਉਹ ਫਿਰ ਉੱਥੇ ਜਾ ਕੇ ਜਦੋਂ ਲਾਈਕ ਮੈਂ ਉਹ ਸ਼ੁਰੂ ਕੀਤੀ, ਤੇ ਉਹ ਟ੍ਰੈਫਿਕ 'ਚ ਮੈਨੂੰ 2 ਘੰਟੇ ਲੱਗ ਜਾਂਦੇ ਸੀ ਜਾਣ 'ਚ, 2 ਘੰਟੇ ਆਉਣ 'ਚ। ਮੇਰੇ ਲਈ ਬਹੁਤ ਹੈਡਿਕ ਸੀ। ਫਿਰ ਮੈਂ ਰੋਟੀ ਤੋਂ ਦੀ 1 ਵੀਕ ਗਈ, ਫਿਰ ਮੈਂ ਹੱਥ ਖੜੇ ਕਰਤੇ, ਮੈਂ ਕਿਹਾ ਨੋ ਮੋਰ, ਆਈ ਕੈਨਟ। ਤੇ ਉਹ ਫਿਰ ਇਸ ਤਰ੍ਹਾਂ ਕਰਦੇ ਮੈਂ ਉਹਦੇ 'ਚ ਆ ਗਈ, ਵਾਪਸ ਆ ਗਈ ਉੱਥੋਂ, ਮੈਂ ਛੋੜ ਦਿੱਤੀ, ਮੈਂ ਗਈ ਨਹੀਂ। ਉਸ ਤੋਂ ਬਾਅਦ ਫਿਰ ਐਸੀ ਕਿ 1 ਵੀਕ ਬਾਅਦ ਹੀ ਇੱਥੇ ਕਿਸੇ ਮੇਰੇ ਲਾਈਕ ਕਿਸੇ ਨੂੰ ਰਾਈਡ ਚਾਹੀਦੀ ਸੀ, ਉਹਨਾਂ ਦਾ ਇੰਟਰਵਿਊ ਸੀ ਇੱਥੇ ਸਪ੍ਰਿੰਗਫੀਲਡ ਬੈਂਕ ਵਿੱਚ। ਅੱਛਾ, ਤੇ ਮੈਂ ਤੇ ਫਾਰੀ ਗਈ ਸੀ, ਮੈਂ ਉਹਨੂੰ ਲੈ ਗਈ ਉਹਨਾਂ ਨੂੰ ਕਿ ਚਲੋ ਮੈਂ
ਉਹਨਾਂ ਨੇ ਪੁੱਛਿਆ, ਮੈਂ ਲੈ ਗਈ ਉਹਨਾਂ ਨੂੰ। ਉੱਥੇ ਜਦੋਂ ਗਏ ਤੇ ਉਹਨਾਂ ਦਾ ਇੰਟਰਵਿਊ ਹੋਇਆ ਤੇ ਉਸ ਤੋਂ ਬਾਅਦ ਮੈਨੇਜਰ ਉੱਠ ਕੇ ਮੇਰੇ ਕੋਲ ਆ ਗਈ ਕਿ ਆਪ here for the interview। ਮੈਂ ਕਿਹਾ I'm not here for interview, I just come with her। ਤੇ ਲੇਕਿਨ ਉਹ ਫਿਰ ਸ਼ਰਾਰਤ ਆ ਗਈ ਜੇ। ਮੈਂ ਕਿਹਾ can I do? तो कहती है yes of course, why you can't। फिर मैं क्या नहीं, मैं ਅੱਜ ਤੇ ਨਹੀਂ, ਮੈਂ ਕੱਲ ਆ ਸਕਦੀ ਹਾਂ ਕਿਉਂਕਿ ਮੈਂ ਪਹਿਲੇ ਘਰ ਵਿੱਚ ਗੱਲ ਕਰਾਂਗੀ। और फिर नेक्स्ट डे मैं गई ਉੱਥੇ ਇੰਟਰਵਿਊ ਲਈ। और समरीन जी आज भी मैं वही फील कर रही हूँ, नहीं कि मैं नर्वस जिन्हें पहले इंटरव्यू मेरे नाल बैठ के तेरे नर्वस नहीं होना चाहिए क्योंकि वो मेरा पहला इंटरव्यू सी, मेरी लाइफ ਦਾ ਪਹਿਲਾ ਇੰਟਰਵਿਊ ਸੀ। ਉਹ ਅੰਗਰੇਜ਼ੀ ਚ ਸੀ ਤੇ ਇਹ ਹੁਣ ਪੰਜਾਬੀ ਦੇ ਵਿੱਚ, ਇਹ ਹੁਣ ਤੁਸੀਂ ਦੇਖ ਲਓ अच्छा। और फिर मैं लाइक मैं किता पहले तो मैं बहुत नर्वस सी। और पता दी गल है कि जदों पहले दिन उत्थे सिर्फ उत्थे बैंक दी मैनेजर सी इंटरव्यू लै रही। नेक्स्ट जदों मेरी बारी आई उदों 3 लोग सी उत्थे 2 HR दे लोग भी आए सी और मैं कंफ्यूज। और लेकिन ऐसा मैं शुरू थोड़ा कंफ्यूज हुई कि मैं लाइक उन्होंने जो क्वेश्चन किए मैं बोली, लेकिन उस तो बाद बस मैं अपने लाइक मैं समझा कि मैं घर बैठी शरारतां कर रही हूँ, हंस खेल रही हूँ। मैं जो भी सी मुँह च आया मैं बोल दी गई। अच्छा। उन्होंने सब ने किया सी कि वीक बाद दसांगे। खैर मैं भी आ गई वापस, इंटरव्यू हो गया, वापस आ गई। ते 3-4 दिन बाद मेरा वाशिंगटन DC विच इंटरव्यू सी IT दी कंपनी च। ਉੱਥੇ ਮੈਂ ਗਈ ਆਫਿਸ ਚ ਐਂਟਰ ਹੁੰਦੇ ਪਹਿਲੇ ਤੇ ਲਾਈਕ ਮੈਨੂੰ ਉੱਥੇ ਦਾ ਐਟਮੋਸਫੇਅਰ ਬੜਾ ਅਜੀਬ ਜਿਹਾ ਲੱਗਿਆ ਨਾ। ਪਹਿਲੇ ਹੀ ਲਾਈਕ ਮੈਨੂੰ ਮਾਹੌਲ ਨਹੀਂ ਪਸੰਦ ਆਇਆ ਮੈਨੂੰ, ਮੇਰੇ ਨਾਲ ਕਹਿ ਲਵੋ ਜਾਂ ਕੁਝ, ਕਿਉਂਕਿ ਮੈਂ ਉਸ ਕਿਸਮ ਦੇ ਮਾਹੌਲ ਜਿਹੜਾ ਮੈਂ ਉੱਥੇ ਦੇਖਿਆ ਮੈਂ ਯੂਜ਼ਡ ਹੀ ਨਹੀਂ ਸੀ ਸਾਡੇ ਘਰਾਂ ਚ। ਲਾਈਕ ਜਿਸ ਤਰ੍ਹਾਂ ਬਾਹਰ ਫਿਰ ਮੈਂ ਲਾਈਕ ਇੰਟਰਵਿਊ ਦਿੱਤਾ ਤੇ ਉਹ ਤੇ ਮੈਡਮ ਕਹਿਣ ਲੱਗੀ ਕਿ ਮੈਂ ਕੱਲ ਤੋਂ ਜੁਆਇਨ ਕਰ ਲਵਾਂ। और मैं खैर उठ के आ गई इंटरव्यू दे के, लेकिन मेरा दिल एक्सेप्ट नहीं सिखा रहा ना। ऐसे रस्ते में दुआएं करी जाओ, अल्लाह जी जो मेरे लिए बेहतर है वो करना। ते अल्लाह अच्छा घर पहुंची है तो मेरे लिए अगे बैंक मैनेजर का मैसेज सी आया था, नंबर छड्या दा सी कि भाई घर आए तो मेरे नाल उन्हां को कॉल करन। और मैं ते इतनी खुश हुई, मैं फौरन खैर कॉल की ते ਉਹਨੇ ਮੈਨੂੰ ਆਫਰ ਕੀਤੀ ਸੁਪਰਵਾਈਜ਼ਰ ਦੀ ਜੌਬ ਦੀ, ਡਰਾਈਵ ਥਰੂ ਸੁਪਰਵਾਈਜ਼ਰ ਦੀ, ਐਂਡ ਸੱਚ ਸੈਲਰੀ ਐਂਡ ਸੱਚ ਆਵਰਸ। ਤੇ ਮੈਂ ਤੇ ਇੰਨੀ ਐਕਸਾਈਟਿਡ ਹੋਈ। ਫਿਰ ਮੈਨੂੰ ਇੱਕਦਮ ਮੈਂ ਕਿਹਾ ਹਾਏ ਮੈਂ ਗਈ ਉਹਨਾਂ ਦੇ ਨਾਲ ਸੀ, ਉਹਨਾਂ ਦੀ ਬਜਾਏ ਇਹਨਾਂ ਨੇ ਮੈਨੂੰ ਜੌਬ ਦੇ ਦਿੱਤੀ। ਮੁਨਾਫਾ ਤੇ ਨਹੀਂ ਸੀ ਦਿੱਤਾ ਉਹਨਾਂ ਨੂੰ ਕੋਈ? ਨਹੀਂ ਕੋਈ ਹੈ ਹੀ ਨਹੀਂ ਸੀ ਐਸਾ ਕਨਸੈਪਟ। ਫਿਰ ਮੈਂ ਉਹਨਾਂ ਨੂੰ ਲਾਈਕ कह लो कि मेरी गुड लक सी। खैर मैं उन्होंने फिर मैं क्या ठीक है मैं करांगी। ते कह लगी कि तू लाइक आफ्टर 2 days आ जाओ मंडे तो ट्रेनिंग वास्ते। और फिर मैं उन्होंने कहा कि ठीक है। मैं फिर चली गई ट्रेनिंग ते उत्थे मेरी ट्रेनिंग हुई तो मैं काम करती रही। उत्थे मैं कीता कोई मोर देन 1 year उत्थे मैं संभालिया लाइक और बहुत अच्छे तरीके नाल कीता। और बहुत अच्छा एटमोसफेयर सी साडा, हर प्यार मोहब्बत कर दी तरह खेल हस असीं सब तकरीबन सेम एज दियां सी उत्थे काम कर रही ते मैनेजर बैंक च जॉब कीती है जी। किहड़े बैंक च जॉब कीती है? मैं स्प्रिंगफील्ड प्रॉस्पेरिटी बैंक सी ਤੇ ਉਹ ਮੇਰਾ ਫਸਟ ਜੌਬ ਸੀ ਉੱਥੇ। ਹੁਣ ਵੀ ਮੈਂ ਕਦੀ ਹੁਣ ਤੇ ਖੈਰ ਉਹ ਬੈਂਕ ਮਰਜ ਹੋ ਗਿਆ, ਦੂਸਰੇ ਬੈਂਕਾਂ ਚ ਖਤਮ ਹੋ ਗਿਆ ਉਹਦਾ ਨਾਮ, ਲੇਕਿਨ ਮੈਂ ਹੁਣ ਵੀ ਉੱਥੇ ਲੰਘਦੀ ਆ ਤੇ ਮੈਨੂੰ ਹੁੰਦਾ ਕਿ ਇਹ ਮੇਰੇ ਫਸਟ ਪਲੇਸ ਸੀ ਜੌਬ ਦੀ। ਅੱਛਾ ਫਿਰ ਤੁਸੀਂ ਸਟੇਟ ਡਿਪਾਰਟਮੈਂਟ ਚ ਵੀ ਜੌਬ ਕੀਤੀ ਦੀ ਹੈ? जी मैं स्टेट डिपार्टमेंट च भी काम किया है तकरीबन 2.5-3 साल तक। और बस उत्थे बैंक ते बैठे एक दिन मैं लाइक ब्रेक सी, मैं चेक कर रही सी एवं कंप्यूटर खोलिया दा सी अपना ते मैं देखा ते उत्थे मैनू स्टेट डिपार्टमेंट च वैकेंसी खाली नजर आई ना, एक उन्हां दी एड सी। मैं अच्छा चलो मैं CV सेंड करता अपना उत्थे भी। मैं क्या होया ठीक है ना होया ना सही, कोई इन्नी मजबूरी ते है नहीं सी जॉब दी कोई भी, मैनू शौक सी बस
ਕਿ ਸਾਡੇ ਪੂਰੇ ਫੈਮਿਲੀ ਚਾਹੇ ਉਹ ਇੱਥੇ ਨੇ ਚਾਹੇ ਪਾਕਿਸਤਾਨ ਨੇ ਕਦੀ ਅੱਜ ਤੱਕ ਕਿਸੇ ਨੇ ਜੌਬ ਜਾਂ ਕੋਈ ਕੰਮ ਕੀਤਾ ਹੀ ਨਹੀਂ ਲੜਕੀ ਨੇ। ਤੇ ਮੈਨੂੰ ਸ਼ੌਕ ਸੀ, ਮੈਨੂੰ ਇਹ ਪੰਗੇ ਲੈਣ ਦਾ ਸ਼ੌਕ ਸੀ। ਤੇ ਉਹ ਫਿਰ ਮੈਂ ਉੱਥੇ ਗਈ, ਉੱਥੇ ਤੇ ਯਕੀਨ ਕਰਨਾ ਸਮਰੀਨ ਜੀ, ਚੌਥੇ ਦਿਨ ਮੈਨੂੰ ਉੱਥੋਂ ਜਦੋਂ ਮੇਰੇ CV ਮੈਂ ਸੈਂਡ ਕੀਤਾ, ਚੌਥੇ ਦਿਨ ਮੈਨੂੰ ਸਟੇਟ ਡਿਪਾਰਟਮੈਂਟ ਚੋਂ ਕਾਲ ਆ ਗਈ ਇੰਟਰਵਿਊ। ਫਿਰ ਉਹਨਾਂ ਨੇ ਉੱਥੇ ਹਿਊਮਨ ਰਿਸੋਰਸਿਸ ਚ ਬੁਲਾਇਆ ਤਾਂ ਸੀ, ਉੱਥੇ ਗਈ, 4-5 ਲੋਕ ਸੀ, ਇੰਟਰਵਿਊ ਹੋਇਆ ਤੇ ਉੱਥੋਂ ਵੀ ਮੈਂ ਸਿਲੈਕਟ ਹੋ ਗਈ। 2 ਦਿਨਾਂ ਚ ਮੈਨੂੰ ਲੈਟਰ ਆ ਗਿਆ ਕਿ ਮੈਂ ਜੌਬ ਲਈ ਕੁਆਲੀਫਾਈ ਕਰਨੀ ਆ ਉਹਨਾਂ ਦੇ ਲਈ। ਤੇ ਉਹ ਫਿਰ ਕਹਿ ਲਗੇ ਟ੍ਰੇਨਿੰਗ ਕਰੋ। ਫਿਰ ਮੈਂ ਕਿਹਾ ਮੈਂ ਫਿਲਹਾਲ ਮੈਂ ਬੈਂਕ ਵਿੱਚ ਕੰਮ ਕਰ ਰਹੀ ਹਾਂ ਤੇ ਮੈਂ ਐਟਲੀਸਟ ਉਹਨਾਂ ਨੂੰ 15 ਡੇਜ਼ ਦਾ ਨੋਟਿਸ ਤੇ ਦੇਵਾਂ ਕਿ ਮੈਂ ਐਵੇਂ ਛੱਡ ਕੇ ਤੇ ਨਹੀਂ ਆ ਸਕਦੀ। ਉਹ ਫਿਰ ਉਹ ਵੀ ਇਸ ਚੀਜ਼ ਦਾ ਉਹਨਾਂ ਤੇ ਵੀ ਅਸਰ ਹੋਇਆ ਕਿ ਹਾਂ ਇਹਨੂੰ ਪਤਾ ਹੈ ਕਿ ਲਾਈਕ ਅੱਛੇ ਲਾਈਕ ਇੱਕ ਜਿੱਥੇ ਤੁਸੀਂ ਕੰਮ ਕਰੋ ਉੱਥੇ ਲਾਈਕ ਇਹ ਚੀਜ਼ ਅੱਛੀ ਗਿਣੀ ਜਾਂਦੀ ਹੈ ਕਿ ਅਸੀਂ ਲਾਈਕ ਤੁਹਾਨੂੰ ਇਸ ਬਿਜ਼ਨਸ ਦਾ ਖਿਆਲ ਕਿਸ ਤਰ੍ਹਾਂ ਆਇਆ? ਤੁਹਾਨੂੰ ਕੋਈ ਤਜਰਬਾ ਸੀ ਜਾਂ ਕਿਸ ਤਰ੍ਹਾਂ ਤੁਸੀਂ ਇਹਦੀ ਤੁਸੀਂ ਜ਼ਰਾ ਨਾ ਹੋਣਾ ਗੱਲ ਕਰੋ ਨਾ ਕਿ ਬਿਜ਼ਨਸ ਤੁਸੀਂ ਕਿਸ ਤਰ੍ਹਾਂ ਇਸ ਚੀਜ਼ 'ਚ ਆਏ? ਬਿਜ਼ਨਸ ਵੀ ਬਸ ਦਿਲ ਵਿੱਚ ਖੁਆਇਸ਼ ਹੋਏ ਨਾ, ਜਦੋਂ ਮੈਨੂੰ ਹਮੇਸ਼ਾ ਤੋਂ ਐਸੀ ਕਿ ਮੈਂ ਕੋਈ ਬਿਜ਼ਨਸ ਕਰਾਂ, ਆਈ ਵਾਂਟ ਟੂ ਬੀ ਮਾਈ ਓਨ ਬੌਸ। ਤੇ ਬੇਸ਼ੱਕ ਮੈਨੂੰ ਬਹੁਤ ਅੱਛੇ ਮਾਹੌਲ ਮਿਲੇ ਉੱਥੇ ਜਿੱਥੇ ਮੈਂ 2 ਜਗ੍ਹਾ ਤੇ ਕੰਮ ਕੀਤਾ, ਦੋਨੋਂ ਜਗ੍ਹਾ ਤੇ, ਲੇਕਿਨ ਫਿਰ ਵੀ ਉਹ ਇੱਕ ਖੁਆਇਸ਼ ਜਿਹੜੀ ਦਿਲ 'ਚ ਸੀ ਨਾ, ਉਹ ਹਰ ਵਕਤ ਇਹੀ ਹੁੰਦਾ ਸੀ ਕਿ ਆਈ ਵਾਂਟ ਟੂ ਡੂ ਮਾਈ ਓਨ। ਔਰ ਮੈਂ ਕਹਿੰਦੀ ਹਾਂ ਕਿ ਅਗਰ ਅਸੀਂ ਕੋਈ ਖੁਆਇਸ਼ ਪਾਲਦੇ ਹਾਂ ਔਰ ਅਸੀਂ ਉੱਤੇ ਕਾਇਮ ਰਹੀਏ, ਯੈਸ ਵੀ ਕੈਨ ਡੂ। ਅਸੀਂ ਸੋਚਣਾ ਚਾਹੀਦਾ ਕਿ ਯੈਸ ਨਥਿੰਗ ਇਜ਼ ਹਾਰਡ, ਕੋਈ ਚੀਜ਼ ਮੁਸ਼ਕਿਲ ਨਹੀਂ ਹੈ ਕਿ ਲਾਈਕ ਅਸੀਂ ਕਰ ਸਕਦੇ ਹਾਂ। ਬਸ ਯੈਸ ਆਈ ਕੈਨ ਡੂ, ਆਈ ਡਿਡ ਇਟ। ਤੇ ਉਹ ਵੀ ਚਾਂਸ ਬਣਿਆ ਕਿ ਉਹ ਅੱਲਾ ਵੀ ਰਸਤੇ ਖੋਲਦਾ ਹੈ, ਖੁਆਇਸ਼ਾਂ ਦੇਖਦਾ ਹੈ। ਮੈਂ ਜਦੋਂ DC ਤੋਂ ਆਉਂਦੀ ਹੁੰਦੀ ਸੀ ਤੇ ਤੁਹਾਨੂੰ ਪਤਾ HOV ਚੱਲਦੀ ਸੀ, HOV ਰਸ਼ ਆਵਰ ਕੋਈ ਬੰਦਾ ਲਾਈਕ ਉਹ ਨਹੀਂ ਸੀ ਲੈ ਸਕਦਾ ਨਾ, ਉਹਦੇ ਚ ਸੀ ਕਿਤੇ ਲੋਕ ਹੋਣ ਤੇ ਗੱਡੀ HOV ਚ ਗੁਜ਼ਾਰ ਸਕਦੇ ਹੋ। ਤੇ ਉਹ ਜਦੋਂ ਮੈਂ ਦੇਖਣਾ ਹੈ 5:45 ਹੋਏ ਨੇ ਜਾਂ ਕੋਈ ਥੋੜਾ 20 ਮਿੰਟ ਰਹਿ ਕੇ, ਮੈਂ ਉਹਦੇ ਵਿੱਚ ਐਸੀ ਕਿ ਮੈਂ ਉੱਥੇ ਮੇਰੀ ਇੱਕ ਦੋਸਤ ਸੀ ਸਪ੍ਰਿੰਗਫੀਲਡ ਵਿੱਚ ਗੋਲਡਿਸ਼, ਮੈਂ ਉਹਦੇ ਕੋਲ ਬੈਠ ਜਾਣਾ ਜਾ ਕੇ ਐਵੇਂ ਸ਼ੌਕ ਸੀ। ਤੇ ਮੈਂ ਇਸ ਚੀਜ਼ ਨੂੰ ਨੋਟ ਨਹੀਂ ਕੀਤਾ, ਲਾਈਕ ਉਹਨਾਂ ਦਾ ਕੋਈ ਕਸਟਮਰ ਆਂਦਾ ਮੈਂ ਉਹਨਾਂ ਦੇ ਨਾਲ ਲੱਗ ਕੇ ਡੀਲ ਕਰਦੀ ਸੀ, ਉਹ ਮੈਂ ਸੇਲ ਵੀ ਕਰਦੀ ਸੀ। ਮੈਂ ਇਸੇ ਤਰ੍ਹਾਂ ਗਈ ਉੱਥੇ ਤੇ ਉਹਨਾਂ ਦੇ ਹਸਬੈਂਡ ਵੀ ਆਏ ਹੋਏ ਸੀ ਤੇ ਮੈਨੂੰ ਕਹਿੰਦੇ ਨੇ ਹਮ ਬਾतें ਕਰ ਰਹੇ थे आपस में ਕਿ ਸੌਰੀ ਕਿ ਅਸੀਂ ਆਪਸ ਚ ਗੱਲਾਂ ਕਰਦੇ ਹੋਏ ਸੀ ਤੇ ਕਿ ਲਾਈਕ ਅਸੀਂ ਦੋਨੋਂ ਮਿਲ ਕੇ ਉਹ ਸੇਲ ਨਹੀਂ ਕਰ ਸਕਦੇ ਜਿਹੜੀ ਇੱਕ ਲੜਕੀ 15 ਮਿੰਟ ਆ ਕੇ ਕਰ ਦਿੰਦੀ ਹੈ, 15 ਮਿੰਟਾਂ ਚ ਆ ਕੇ ਸਾਡੀ ਸੇਲ ਕਰਕੇ ਚਲੀ ਵੀ ਜਾਂਦੀ ਹੈ। ਤੇ ਲਾਈਕ ਉਹ ਖੈਰ ਬਹੁਤ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਵਾਈ ਨਾਟ ਕਿ ਮੈਂ ਉਹਨਾਂ ਨੂੰ ਜੁਆਇਨ ਕਰਾਂ ਵੀਕਐਂਡ ਤੇ ਨਾ। ਅੱਛਾ ਤੇ ਲਰਨ ਕਰਾਂ ਮੋਰ। ਖੈਰ ਫਿਰ ਮੈਂ ਉਹਨਾਂ ਦੇ ਕੋਲ ਚਲੀ ਗਈ ਵੀਕਐਂਡ ਮੈਂ ਉੱਥੇ, ਕਿਉਂਕਿ ਮੈਂ ਆਫ ਹੁੰਦੀ ਸੀ ਤੇ ਮੈਂ ਚਲੇ ਜਾਣਾ ਕੁਝ ਆਵਰਸ ਲਈ ਜਾਣਾ ਤੇ ਨਾਲੇ ਉਹਨਾਂ ਦਾ ਕੰਮ ਕਰਕੇ ਆ ਜਾਣਾ। ਤੇ ਉਹ ਫਿਰ ਕਹਿਣ ਲੱਗੇ ਕਿ ਲਾਈਕ ਤੂੰ ਇੱਥੇ ਪਰਮਾਨੈਂਟ ਸਾਡੇ ਕੋਲ ਵੀਕਐਂਡ ਕਰ। ਮੈਂ ਕਿਹਾ ਮੇਰੀ ਦੋਸਤ ਮੈਂ ਤੁਹਾਡੇ ਕੋਲੋਂ ਕੀ ਸੈਲਰੀ ਲੈਣੀ ਹੈ, ਮੈਨੂੰ ਨਹੀਂ ਚਾਹੀਦੀ, ਮੈਂ ਸ਼ਰਮ ਆਉਂਦੀ ਸੀ। ਤੇ ਕਹਿੰਦੇ ਨਹੀਂ ਤੂੰ ਆ ਬਕਾਇਦਾ ਤੇ ਲਾਈਕ ਅਸੀਂ ਜੋ ਵੀ ਹੈ ਕਿ ਸੈਟਲ ਕਰ। ਫਿਰ ਖੈਰ ਮੈਂ ਜਾਣਾ ਸ਼ੁਰੂ ਕਰ ਦਿੱਤਾ। ਅੱਛਾ ਮੈਂ ਕੋਈ ਮਹੀਨਾ ਹੀ ਕੀ ਗਈ ਸੀ, ਉਹਨਾਂ ਦਾ ਸਟੇਟ ਚੇਂਜ ਕਰਨ ਦਾ, ਸਟੇਟ ਮੂਵ ਕਰਨ ਦਾ ਇਰਾਦਾ ਕੋਈ, ਤੇ ਉਹਨਾਂ ਨੇ ਸਟੇਟ ਮੂਵ ਕਰਨੀ ਸੀ, ਉਹ ਐਟਲਾਂਟਾ ਜਾਰਜੀਆ ਜਾ ਰਹੇ ਸੀ। ਉਹ ਕਹਿਣ ਲੱਗੇ ਯੂ ਕੈਨ ਡੂ ਇਟ, ਆਈ ਨੋ ਕਿ ਤੇ ਤੈਨੂੰ ਖੁਆਇਸ਼ ਵੀ ਹੈ, ਤੈਨੂੰ ਸ਼ੌਕ ਵੀ ਹੈ ਤੇ ਆਈ ਕੈਨ ਟੈਲ ਯੂ ਕੈਨ ਡੂ ਇਟ। ਤੇ ਮੈਂ ਫਿਰ ਕਹਿਣ ਲੱਗੇ ਕਿ ਅਸੀਂ ਸੇਲ ਕਰਨਾ, ਜੇ ਤੁਸੀਂ ਲੈਣੀ ਹੈ ਤੇ ਲੋ ਜੀ। ਫਿਰ ਕਿਹਾ ਕਿ ਠੀਕ ਹੈ, ਅਸੀਂ ਬਾਈ ਕਰ ਲਈ ਸ਼ਾਪ ਉਹਨਾਂ ਦੀ ਹੈ ਮੈਰੀਲੈਂਡ ਵਾਲੀ। ਅੱਛਾ ਜੀ ਫਰਜ਼ਾਨਾ ਜੀ, ਤੁਸੀਂ ਇਹ ਦੱਸੋ ਕਿ ਤੁਹਾਡੀ ਸ਼ਾਪ ਦਾ ਬੜਾ ਇੱਕ ਯੂਨੀਕ ਸਾਰਾ ਨਾਮ ਹੈ ਆਕਸਫੋਰਡ ਜੂਲਰ। ਇਹ ਖਿਆਲ ਤੁਹਾਡੇ ਜ਼ਿਹਨ 'ਚ ਕਿਸ ਤਰ੍ਹਾਂ ਆਇਆ ਕਿ ਬੜਾ ਮਤਲਬ ਡਿਫਰੈਂਟ ਸਾਰਾ ਵੇ, ਇਹਦੇ ਬਾਰੇ ਤੁਸੀਂ ਕੋਈ ਦੱਸੋ? ਹਾਂ, ਇਹਦੇ ਪਿੱਛੇ ਵੀ ਬੜੀ ਮੈਂ ਲੰਡਨ ਗਈ ਹੋਈ ਸੀ
ਉੱਥੇ ਲੰਡਨ 'ਚ ਤੇ ਉੱਥੇ ਤੁਹਾਨੂੰ ਪਤਾ ਆਕਸਫੋਰਡ ਯੂਨੀਵਰਸਿਟੀ ਹੈ, ਬੜੀ ਮਸ਼ਹੂਰ ਯੂਨੀਵਰਸਿਟੀ ਹੈ ਵਰਲਡ ਦੀ। ਤੇ ਉੱਥੇ ਫਿਰ ਵੀ ਸੀ ਕਿ ਅਸੀਂ ਉੱਥੇ ਘੁੰਮਦੇ ਫਿਰਦੇ ਵੀ ਸੀ ਸਾਰਾ। ਤੇ ਮੈਨੂੰ ਇਹੀ ਹੁੰਦਾ ਸੀ ਮੈਂ ਜਬ ਵੀ ਕੋਈ ਬਿਜ਼ਨਸ ਕਰੂੰਗੀ ਤਾਂ ਮੈਂ ਉਹਦਾ ਨਾਮ ਆਕਸਫੋਰਡ ਜੁਐਲਰ ਰੱਖਾਂਗੀ, ਆਕਸਫੋਰਡ ਰੱਖਾਂਗੀ, ਆਕਸਫੋਰਡ ਦੇ ਨਾਮ ਤੇ ਕੋਈ ਬਿਜ਼ਨਸ ਕਰਾਂਗੀ। ਨਾਮ ਤੇ ਬਿਜ਼ਨਸ ਹੈ। ਔਰ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਨਾ ਉਹ ਵੀ ਆਕਸਫੋਰਡ ਜੂਲਰ ਵਾਲਿਆਂ ਨੇ ਸਪਾਂਸਰ ਕੀਤਾ ਹੈ। ਬਿਲਕੁਲ ਮੈਂਸ਼ਨ ਕਰ ਦਿੰਦੀ ਹਾਂ। ਕੋਈ ਜਿਸ ਤਰ੍ਹਾਂ ਆਕਸਫੋਰਡ ਦਾ ਤੁਸੀਂ ਸ਼ਾਪ ਜਦੋਂ ਸ਼ੁਰੂ ਕੀਤੀ ਹੈ ਤੇ ਉਹਦਾ ਕੋਈ ਦਿਲਚਸਪ ਵਾਕਿਆ ਜਾਂ ਕੋਈ ਐਸਾ ਵਾਕਿਆ ਜੋ ਤੁਹਾਨੂੰ ਹਾਲੇ ਵੀ ਨਹੀਂ ਭੁੱਲਿਆ? ਬਹੁਤ, ਉਹ ਤੇ ਬੜਾ ਹੀ ਮਜ਼ੇਦਾਰ ਵਾਕਿਆ ਸੀ। ਮੈਂ ਇੱਕ ਦਿਨ ਬੈਠੀ ਹੋਈ ਸੀ, EMPLOYEE ਵੀ ਸੀ ਕੋਲ ਮੇਰੇ ਤੇ ਬੈਠੀ ਹੋਈ ਤੇ ਇੱਕ ਵੈਲ ਲਾਈਕ ਕਾਫੀ ਹੈਂਡਸਮ ਕਹਿ ਲਵੋ ਐਂਡ ਵੈਲ ਸੂਟਡ ਬੂਟਡ ਲਾਈਕ ਲੋਕ ਜਿਹੜੇ ਆਪਣੇ ਜ਼ਾਹਿਰ ਤੋਂ ਹੀ ਲੱਗਦਾ ਹੈ ਕਿ ਲਾਈਕ ਕੋਈ ਅੱਛਾ ਇਨਸਾਨ ਬਾਰ-ਬਾਰ ਆਏ ਮੇਰੀ ਸ਼ਾਪ ਤੇ ਗਿਰ ਤੋਂ ਇਸ ਤਰ੍ਹਾਂ ਜਿਹਾ ਚੱਕਰ ਲਗਾਏ, ਜਾ ਕੇ ਉੱਥੇ ਕਾਰਨਰ 'ਚ ਖੜਾ ਹੋਏ ਬਾਹਰ, ਉੱਥੋਂ ਫਿਰ ਵਾਪਸ ਆਏ ਉੱਥੇ ਦੂਸਰੇ ਕਾਰਨਰ ਔਰ ਸ਼ਾਪ ਨੂੰ ਦੇਖੇ। ਦੋ ਤਿੰਨ ਐਸੇ ਜਦੋਂ ਚੱਕਰ ਲਗਾਏ ਨਾ ਤੇ ਮੈਂ ਕਿਹਾ ਸਾਡੀ ਭੂਨਿਕਾ ਉਹ ਤੁਹਾਨੂੰ ਮੈਂ ਦੇ ਦਿਆ ਸੀ ਕਿ ਸ਼ਾਪ ਨੂੰ ਉਹ ਫਿਰ ਉਹਨੂੰ ਖੈਰ ਮੈਂ ਉੱਠ ਕੇ ਨਾ ਡੋਰ ਦੇ ਕੋਲ ਆ ਗਈ। ਮੈਂ ਉਹ ਆਇਆ ਨਾ ਫਿਰ ਇੱਧਰ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਕਿ ਲਾਈਕ ਆਈ ਐਮ ਲੁਕਿੰਗ ਐਟ ਯੂ ਲਾਈਕ ਯੂ ਆਰ going back and forth, so if anything you can come in, so if you like something. ਤੇ ਕਹਿੰਦਾ ਹੈ ਅੰਦਰ ਆ ਗਿਆ, ਕਹਿੰਦਾ ਮੈਂ ਡਰਦਾ ਹੈ ਅੰਦਰ ਨਹੀਂ ਸੀ ਆ ਰਿਹਾ, ਪਰ ਮੈਂ ਮਾਲ ਤੋਂ ਅੱਗੇ ਵੀ ਨਹੀਂ ਸੀ ਜਾ ਪਾ ਰਿਹਾ ਸ਼ਾਪ ਤੋਂ ਕਿ ਮੈਂ ਇਹ ਵੀ ਸੋਚਿਆ ਸੀ ਅੰਦਰ ਇੰਨੀ ਬਿਊਟੀਫੁਲ ਲੇਡੀ ਬੈਠੀ ਹੋਈ, ਮੈਂ ਉਹਨੂੰ ਜਾ ਕੇ ਕੀ ਕਹਾਂ ਕਿ ਮੈਂ ਬਾਏ ਨਹੀਂ ਕੁਝ ਕਰਨਾ। ਮੈਂ ਕਿਹਾ no problem, you don't want to buy, I'm not going to charge you anything if you want to see, I'm not shopping ਕਰ ਲੈ। yeah ਅੱਛਾ ਫਿਰ ਆ ਗਿਆ ਅੰਦਰ ਤੇ ਫਿਰ ਮੈਂ ਉਹਨੂੰ ਪੁੱਛਿਆ, ਜਦੋਂ ਆ ਗਿਆ ਅੰਦਰ ਕੰਫਰਟੇਬਲ ਹੋਇਆ, ਮੈਂ ਉਹਨੂੰ ਫਿਰ ਪੁੱਛਿਆ, ਮੈਂ ਕਿਹਾ is there something ਫਿਰ ਆਪੇ ਉਹਨੇ ਪਹਿਲੇ ਮੈਨੂੰ ਕਹਿੰਦਾ ਕਿ ਮੈਂ ਨਾ ਮੈਂ ਕਿਹਾ ਤੂੰ ਬੈਕ ਐਂਡ ਫੋਰਥ ਜਾ ਰਿਹਾ ਸੀ ਤੇ ਕੀ ਸੀ ਵਜ੍ਹਾ ਕਿ ਅੰਦਰ ਕਿਉਂ ਨਹੀਂ ਸੀ ਆ ਰਿਹਾ? ਕਹਿੰਦਾ ਹੈ ਕਿ ਮੈਨੂੰ ਇਹ ਆਕਸਫੋਰਡ ਦਾ ਨਾਮ ਜਿਹੜਾ ਨਾ ਮੈਨੂੰ ਅੱਗੇ ਨਹੀਂ ਸੀ ਜਾਣ ਦੇ ਰਿਹਾ। ਅੱਛਾ ਮੈਂ ਕਿਹਾ is there something behind this name like ਕਹਿੰਦਾ ਇਸ ਲਈ ਕਿ ਮੈਂ ਆਕਸਫੋਰਡ ਤੋਂ ਆਇਆ ਵਾਂ, ਮੈਂ ਆਕਸਫੋਰਡ ਰਹਿਣਾ ਵਾਂ, ਮੈਂ ਆਕਸਫੋਰਡ ਤੇ ਸਟੱਡੀ ਕੀਤੀ ਹੈ, ਮੈਂ ਉੱਥੇ ਹੀ ਪਲਿਆ ਵਧਿਆ ਵਾ ਉਹਨਾਂ ਗਲੀਆਂ 'ਚ ਹੀ। ਅੱਜ ਮੈਂ ਇੱਕ ਸਾਇੰਟਿਸਟ ਆ ਤੇ ਸਾਇੰਸਦਾਨ ਆ। ਮੈਂ ਇੱਥੇ ਮੀਟਿੰਗ ਤੇ ਮੈਂ ਕਿਹਾ ਵੈਰੀ ਨਾਈਸ ਟੂ ਮੀਟ ਯੂ। ਤੇ ਮੈਂ ਉਹਨੂੰ ਕਿਹਾ ਕਿ ਤੁਸੀਂ ਫਿਰ ਇੱਥੇ ਮਤਲਬ ਤੁਸੀਂ ਕਿਸ ਤਰ੍ਹਾਂ ਆਏ ਹੋ? ਕਹਿਣ ਲੱਗੇ ਮੇਰੀ ਇੱਥੇ ਗਵਰਨਮੈਂਟ ਨਾਲ ਕੋਈ ਮੀਟਿੰਗ ਸੀ ਤੇ ਮੈਂ ਕੱਲ ਆਇਆ ਵਾਂ, ਅੱਜ ਸਵੇਰ ਮੇਰੀ ਮੀਟਿੰਗ ਸੀ, ਮੇਰੇ ਕੋਲ 2 ਘੰਟੇ ਹੈ ਸਨ ਤੇ ਮੈਂ ਕਿਹਾ ਚਲੋ ਇਹ ਕਲੋਜ਼ਰ ਮਾਲ ਹੈ ਤੇ ਮੈਂ ਇੱਥੇ ਹੀ ਚਲਾ ਜਾਵਾਂ ਦੇਖਾਂ ਕਿ ਕਹਿੰਦਾ ਮੈਂ ਐਂਟਰ ਹੋਇਆ ਤਾਂ ਮੇਰੀ ਇਹਦੇ ਉੱਤੇ ਨਜ਼ਰ ਪਈ ਹੈ ਤੇ ਮੈਂ ਉਹ ਲਾਈਕ ਇੱਥੇ ਹੀ ਰੁਕ ਗਿਆ ਵਾਂ ਤੇ ਇਹ ਚੀਜ਼ ਮੈਂ ਕਿਹਾ ਫਿਰ ਯੂ ਹੈਵ ਟੂ ਬਾਏ ਸਮਥਿੰਗ? ਕਹਿੰਦਾ ਯਾ ਨਾਓ ਆਈ ਹੈਵ ਟੂ ਬਾਏ ਕਾਜ਼ ਲਾਈਕ ਕਿ ਮੈਂ ਆਪਣੀ ਮੈਮਰੀ ਵਿੱਚ ਰੱਖਣਾ ਚਾਹਨਾ ਵਾਂ ਕਿ ਮੈਂ ਆਕਸਫੋਰਡ ਨੂੰ ਅਮਰੀਕਾ 'ਚ ਦੇਖਿਆ ਮੈਂ ਅਮਰੀਕਾ 'ਚ ਦੇਖਿਆ। ਤੇ ਖੈਰ ਫਿਰ ਮੈਂ ਕਿਹਾ ਹਾਂ ਤੂੰ ਸਾਡਾ ਗੈਸਟ ਹੈ, ਅਸੀਂ ਤੈਨੂੰ ਅੱਛਾ ਡਿਸਕਾਊਂਟ ਵੀ ਦੇਵਾਂਗੇ। ਤੇ ਉਹਨੂੰ ਮੈਂ ਡਿਸਕਾਊਂਟ ਨਾਲ 550 ਦੀ ਘੜੀ ਦਿੱਤੀ, ਲੇਕਿਨ ਉਹਨੇ ਮੈਨੂੰ ਉਹਦੀ ਫੁੱਲ ਪ੍ਰਾਈਸ ਪੇ ਕੀਤੀ, ਉਹਨੇ ਡਿਸਕਾਊਂਟ ਨਹੀਂ ਲਿਆ। ਵਟਐਵਰ ਵਾਸ ਦਾ ਪ੍ਰਾਈਸ ਵਾਸ $750 ਪ੍ਰਾਈਸ ਉਹਦੀ, ਤੇ ਉਹਨੇ ਮੈਨੂੰ ਫੁੱਲ ਪ੍ਰਾਈਸ ਦਿੱਤੀ। ਕਹਿੰਦਾ ਨਹੀਂ ਮੈਂ ਲਾਈਕ ਤੈਨੂੰ ਮੈਂ ਕੋਈ ਲਾਸ ਨਹੀਂ ਦੇਣਾ ਚਾਹੁੰਦਾ, ਮੈਂ ਕੋਈ ਡਿਸਕਾਊਂਟ ਨਹੀਂ ਲੈਣਾ। ਤੇ ਲਾਈਕ ਇਹ ਚੀਜ਼ ਮੇਰੇ ਕਦੀ ਜ਼ਿਹਨ 'ਚੋਂ ਨਿਕਲੀ ਨਹੀਂ। ਕਹਿੰਦਾ ਮੈਨੂੰ ਆਪਣਾ ਉਹਨੇ ਵਿਜ਼ਿਟਿੰਗ ਕਾਰਡ ਦਿੱਤਾ, ਕਹਿੰਦਾ ਨੈਕਸਟ ਟਾਈਮ ਵੈਨਐਵਰ ਯੂ ਵਿਜ਼ਿਟ ਯੂ ਮਾਈ ਗੈਸਟ ਓਵਰ ਦੇਅਰ। ਲੇਕਿਨ ਜੁਐਲਰੀ ਸ਼ਾਪ ਡਾਇਮੰਡ ਦੀ ਜੁਐਲਰੀ ਹੈ, ਤੁਹਾਡੇ ਕੋਲ ਗੋਲਡ ਦੀ ਹੈ, ਤੇ ਇਹਦੇ 'ਚ ਕਈ ਐਸੇ ਮਿਸਹੈਪ ਵੀ ਹੁੰਦੇ ਨੇ ਕਿ ਤੁਹਾਡੀ ਮਤਲਬ ਜਿਹੜੇ ਮਤਲਬ ਤੁਸੀਂ ਕਰਦੇ ਹੋ ਇਹਦੇ ਵਿੱਚ ਕੁਝ ਐਸਾ ਵਾਕਿਆ ਵੀ ਹੋਇਆ? ਜੀ ਵਾਕਿਆ ਤੇ ਛੋਟੇ ਵੀ ਹੋਏ ਵੱਡੇ ਵੀ ਹੋਏ। ਪਹਿਲਾ ਵਾਕਿਆ ਦੱਸਾਂ ਕਿ ਲੇਟੈਸਟ ਦੱਸਾਂ? ਤੁਸੀਂ ਛੋਟੇ ਛੋਟੇ ਦੱਸ ਦਿਓ ਕਿਉਂਕਿ ਟਾਈਮ ਦੀ ਵੀ ਕਮੀ ਹੈ। ਪਹਿਲਾ ਵਾਕਿਆ ਤੇ ਇਹ ਜੇ ਕਿ ਜਿਵੇਂ ਲਾਈਕ ਕਹਿ ਲਓ ਕਿ ਮੈਂ ਨਹੀਂ ਉਹ ਕਾਈਂਡ ਹਾਰਟਡ ਸੀ ਕਿ ਇੱਕ ਦਿਨ ਹਾਲੇ ਥੋੜੀ ਦੇਰੀ ਹੋਈ ਸੀ ਸ਼ਾਪ ਸੈਟਲ ਕੀਤੇ
ਔਰ ਉਹ ਫਿਰ ਮੈਂ ਹਲੇ ਸੈੱਟ ਕਰ ਰਹੀ ਸੀ, ਸ਼ਾਮ ਸੁਬਹ ਓਪਨ ਕੀਤੀ, EMPLOYEE ਨੇ ਕੋਈ ਕੰਮ ਸੀ, ਉਹਨੇ ਲੇਟ ਆਣਾ ਸੀ ਤੇ ਉਹ ਕਹਿੰਦਾ ਕਿ ਤੁਸੀਂ ਓਪਨ ਕਰਨਾ, ਤੇ ਮੈਂ ਫਿਰ ਓਪਨ ਕੀਤੀ ਤੇ ਅੱਜ ਮੈਂ ਸੈੱਟ ਕਰ ਰਹੀ ਸੀ। ਤਾਂ ਯਕੀਨ ਕਰਨਾ ਸਮਰੀਨ ਜੀ, ਇੰਨਾ ਲਟਕਿਆ ਝਟਕਿਆ ਬਾਬਾ ਇੱਕ ਜਿਹੜਾ ਚੱਲ ਨਹੀਂ ਸੀ ਪਾ ਰਿਹਾ, ਔਰ ਮੈਂ ਕਹਾਂ ਹੈ ਕਿੰਨਾ ਸਿੱਖ ਕੇ ਤੈਨੂੰ ਸ਼ੋ ਕੇ ਗੋਲਡ ਰਿੰਗ ਆਇਆ, ਕਹਿੰਦੇ ਸੀ ਦਿਸ ਰਿੰਗ, ਮੈਂ ਉਹਨਾਂ ਨੂੰ ਇੱਕ ਰਿੰਗ ਕੱਢ ਕੇ ਦਿਖਾਈ ਤੇ ਫਿਰ ਆਪ ਹੀ ਮੈਂ ਕਿਹਾ ਓਕੇ ਯੂ ਕੈਨ ਟਰਾਈ ਦਿਸ ਵਨ ਇਨ ਦਿਸ ਐਂਡ ਦ ਬੋਥ ਰਿੰਗਸ ਆਰ ਬਿਊਟੀਫੁਲ, ਯੂ ਕੈਨ ਚੂਜ਼ ਓਨਲੀ ਦਿਸ। ਮੈਂ ਇੱਕ ਹੋਰ ਦੇਖੀ, ਮੈਂ ਕਿਹਾ ਦਿਸ ਇਜ਼ ਆਲਸੋ ਨਾਈਸ, ਉਹ ਮੈਂ ਤੀਸਰੀ ਰਿੰਗ ਉਹਨਾਂ ਨੂੰ ਟਰਾਈ, ਔਰ ਉਹ ਬਾਬਾ ਤੇ ਇਸ ਤਰ੍ਹਾਂ ਦੌੜਿਆ ਲੈ ਕੇ ਕਿ ਮੈਂ ਐਸੇ ਹੀ ਰਹਿ ਗਈ ਕਿ what happened। ਉਹ ਬਸ ਫਿਰ ਇਸ ਤਰ੍ਹਾਂ ਹੀ ਲਾਈਕ ਮੈਂ ਥੋੜੀ ਦੇਰ ਬਾਅਦ ਜਦੋਂ ਮੈਂ ਥੋੜਾ ਉਸ ਸਕਤੇ ਚੋਂ ਬਾਹਰ ਆਈ, ਮੈਂ ਸਕਰੀਮ ਕੀਤਾ ਜ਼ੋਰ ਦੀ ਤੇ ਨੇਬਰ ਸ਼ਾਪਸ ਵਾਲੇ ਆਏ ਕਿ what happened, are you okay? ਉਹ ਫਿਰ ਮੈਂ ਦੱਸਿਆ ਕਿ ਮੈਂ ਹੱਸੀ ਜਾਵਾਂ ਮੇਰੇ ਨਾਲ ਤੁਸੀਂ ਦੰਦ ਕੱਢਦੇ ਹੋ। ਇਸ ਤਰ੍ਹਾਂ ਦੇ ਛੋਟੇ ਛੋਟੇ ਕਾਫੀ ਵਾਕਿਆ ਹੋਏ ਜੀ। ਇਹ ਪਿੱਛੇ ਸਾਡਾ ਕਾਫੀ ਵੱਡਾ ਨੁਕਸਾਨ ਹੋਇਆ ਸੀ, $50,000-60,000 ਦਾ। ਗਨ ਪੁਆਇੰਟ ਤੇ ਆ ਕੇ ਪੈਡ ਹੀ ਚੁੱਕ ਕੇ ਲੈ ਗਿਆ ਰਿੰਗਾਂ ਦੇ, ਡਾਇਮੰਡ ਦੀਆਂ ਰਿੰਗਾਂ ਦੇ। ਬਸ ਲੇਕਿਨ ਕਦੀ ਕੋਈ ਇੰਸ਼ੋਰੈਂਸ ਵਗੈਰਾ ਵੀ ਹੁੰਦੀ ਹੈ, ਕੁਝ ਰਿਕਵਰੀ ਹੁੰਦੀ ਹੈ ਕਿ ਨਹੀਂ? ਇਹ ਕਹਿ ਲੋ ਕਿ ਰਿਕਵਰੀ ਨਹੀਂ ਹੁੰਦੀ, ਹੋਣ ਦੇ ਬਰਾਬਰ ਰਿਕਵਰੀ। ਉਹ ਕੀ ਰਿਕਵਰੀ ਹੋਈ ਕਿ ਤੁਹਾਡਾ ਜੇ $60,000 ਦਾ ਨੁਕਸਾਨ ਹੈ, ਜਿੱਥੋਂ ਸਾਨੂੰ $5,000 ਵੀ ਲਾਈਕ ਰੁਲ ਕੇ ਹੀ ਮਿਲਿਆ, ਇੰਨੀ ਫਿਰ ਇਨਸਾਨ ਖੁਦ ਹੀ ਫੈਡਅਪ ਹੋ ਜਾਂਦਾ। ਮੇਰਾ ਜਿਹਾ ਇਨਸਾਨ ਤੇ ਫੈਡਅਪ, ਮੈਂ ਕਹਿੰਦੀ ਛੱਡੋ ਇਹਨੂੰ, ਹੋ ਗਿਆ। ਹਾਂ ਬਿਲਕੁਲ, ਲੇਕਿਨ ਮੈਂ ਕਦੇ ਦਿਲ ਤੇ ਨਹੀਂ ਲਈ ਇਹ ਜਿਹੀਆਂ ਚੀਜ਼ਾਂ। ਜੀ ਜੀ, ਜਿਸ ਤਰ੍ਹਾਂ ਹੁਣ ਕ੍ਰਿਸਮਸ ਆਈ ਹੈ ਤੇ ਤੁਸੀਂ ਇਹਦੇ ਤੇ ਕੋਈ ਸਪੈਸ਼ਲ ਸੇਲ ਵਗੈਰਾ ਲਗਾਈ ਹੈ? ਜੀ ਅਸੀਂ 35% ਤੱਕ ਲਗਾਈ ਹੈ, 25 ਤੋਂ 35% ਡਿਫਰੈਂਟ ਚੀਜ਼ਾਂ ਤੇ। ਲੇਕਿਨ ਅਗਰ ਕੋਈ ਸਮਰੀਨ ਦੀ ਬੈਠਕ ਕੋਲੋਂ ਆਏਗਾ ਤਾਂ ਐਕਸਟਰਾ 15% ਉਹਨੂੰ ਹੋਰ ਦਿਆ। 50% ਤੇ ਉਹ ਹੋਏ ਨਾ, ਤੇ ਜਦੋਂ ਅਸੀਂ ਆਪ ਹੀ ਅਲੱਗਾ ਆਵਾਂਗੇ ਤੇ 50 ਤੋਂ 50 ਪਲੱਸ 100% ਹੋ ਜਾਣੀ ਆਪਣੀ ਸ਼ਾਪ ਹੈ ਜੀ। ਅੱਛਾ, ਇਹ ਦੱਸੋ ਕਿ ਇੱਥੇ ਸਾਡੀ ਬਹੁਤ ਜ਼ਿਆਦਾ ਕਮਿਊਨਿਟੀ ਮੁਸਲਿਮ ਇੰਡੀਅਨ ਵੀ ਹੈ, ਤੇ ਤੁਹਾਡੇ ਕੋਲ ਬ੍ਰਾਈਡਲ ਸੈੱਟ ਵਗੈਰਾ ਵੀ ਹੁੰਦੇ ਨੇ ਗੋਲਡ ਦੇ ਕਿ ਆਰਡਰ ਕਰਨੇ ਪੈਂਦੇ? ਡਾਇਮੰਡ ਦੇ ਬ੍ਰਾਈਡਲ ਸੈੱਟ ਨੇ, ਅਸੀਂ ਆਰਡਰ ਵੀ ਕਰਨੇ ਆ। ਸਾਡੇ ਫਲਾਇਰਸ ਨੇ, ਦੇਖੋ ਅਸੀਂ ਡਿਫਰੈਂਟ ਫਲਾਇਰਸ ਬਣਾਏ ਦੇ ਨੇ ਆਪਣੇ ਕਸਟਮਰ ਵਾਸਤੇ। ਲਾਈਕ ਉਹ ਜਿਹੜੀ ਚੀਜ਼ਾਂ ਯੂਜ਼ ਕਰਦੇ ਚੂਜ਼ ਕਰਨਗੇ ਤੇ ਅਸੀਂ ਉਹਨਾਂ ਨੂੰ ਦੇਖੋ ਇਹ ਬ੍ਰਾਈਡਲ ਸੈੱਟ ਨੇ, 3 ਪੀਸ ਸੈੱਟ ਨੇ, ਟ੍ਰੀਓ ਸੈੱਟ, ਉਹ ਉਹਨਾਂ ਦੇ ਨੇ ਲੇਡੀਜ਼ ਦੇ, ਇੱਕ ਮੈਨਸ ਦਾ, ਇਧਰੋਂ ਐਵਰੀ ਮੈਨਸ ਐਂਡ ਲੇਡੀਜ਼ ਦੀਆਂ ਰਿੰਗਾਂ ਨੇ, ਲਾਈਕ ਡਿਫਰੈਂਟ। ਫਿਰ ਅਸੀਂ ਬ੍ਰਾਈਡਲ ਬੁੱਕਸ ਰੱਖੀ ਹੋਈਆਂ ਨੇ ਆਪਣੀਆਂ, ਇਹ ਵਾਲੀਆਂ ਲੋਕ ਇਹਦੇ ਚੋਂ ਵੀ ਚੂਜ਼ ਕਰਕੇ ਤੇ ਉਹ ਲਾਈਕ ਮੈਂ ਕਹਿੰਦੀ ਹਾਂ ਕਿ ਤੁਸੀਂ ਇੰਨਾ ਬਿਜ਼ੀ ਹੁੰਦੇ ਹੋ, ਕਿਆ ਤੁਹਾਡੀ ਕੋਈ ਸੋਸ਼ਲ ਐਕਟੀਵਿਟੀਜ਼ ਵੀ ਹੁੰਦੀਆਂ ਨੇ ਕਿ ਬਸ ਸ਼ਾਪ 'ਚ ਬਿਜ਼ੀ ਹੁੰਦੇ ਹੋ? ਨਹੀਂ ਸਮਰੀਤ ਜੀ, ਸੋਸ਼ਲ ਐਕਟੀਵਿਟੀਜ਼ ਵੀ ਨਾਲ ਨਾਲ ਰੱਖਣੀ ਆ ਕਿ ਲਾਈਕ ਕਿਉਂਕਿ EMPLOYEES ਹੁੰਦੀਆਂ ਨੇ ਮਾਸ਼ਾਅੱਲਾ, ਮੇਰੇ ਕੋਲ 5-5 6-6 EMPLOYEES ਹੁੰਦੀਆਂ ਨੇ, ਔਰ ਮੈਂ ਇੱਕ ਵਕਤ 'ਚ ਮੇਰੇ ਕੋਲ ਮੈਂ ਇੱਕ ਸ਼ਾਪ ਤੋਂ 5 ਸ਼ਾਪਸ ਕੀਤੀਆਂ ਸੀ ਮਾਸ਼ਾਅੱਲਾ। ਫਿਰ ਉਹਦੇ ਨਾਲ 2 ਹੋਰ ਛੋਟੀਆਂ ਸ਼ਾਪਸ ਡਿਫਰੈਂਟ ਕੀਤੀਆਂ, ਲੇਕਿਨ ਮੈਂ ਕਿਹਾ ਬਸ ਸਟਾਪ। ਤੁਸੀਂ ਆਪਣੇ ਵਿਊਅਰਸ ਨੂੰ ਕੁਝ ਪੈਗਾਮ ਦੇਣਾ ਚਾਹੋ, ਕਿਉਂਕਿ ਟਾਈਮ ਸਾਡੇ ਕੋਲ ਘੱਟ ਹੁੰਦਾ ਹੈ, ਤੇ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਤੇ ਤੁਸੀਂ ਦੇ ਸਕਦੇ ਹੋ। ਜੀ ਬਸ ਮੇਰਾ ਪੈਗਾਮ ਤੇ ਇਹੀ ਹੈ ਜੇ ਕਿ ਅੱਛੀ ਸੋਚ ਰੱਖੋ ਤੇ ਅੱਲਾਹ ਤਾਲਾ ਵੀ ਉਹਦੇ ਵਿੱਚ ਤੁਹਾਡੇ ਲਈ ਬਰਕਤ ਪਾਉਂਦਾ ਹੈ ਕਿ ਬੀ ਕਾਈਂਡ, ਬੀ ਥਾਟਫੁਲ, ਦਾ ਮੋਸਟ ਬੀ ਥੈਂਕਫੁਲ। ਸਾਡੇ ਉਹਨਾਂ ਭੈਣ ਭਰਾਵਾਂ ਦਾ ਬਹੁਤ ਸ਼ੁਕਰੀਆ ਤੇ ਸਾਡੇ ਵਿਊਅਰਸ ਦਾ ਬਹੁਤ ਸ਼ੁਕਰੀਆ ਜਿਹੜੇ ਸਾਨੂੰ ਪਸੰਦ ਕਰਦੇ ਨੇ, ਸਾਨੂੰ ਲਾਈਕ ਕਰਦੇ ਨੇ ਤੇ ਸਾਡੇ ਪ੍ਰੋਗਰਾਮ ਦਾ ਇੰਤਜ਼ਾਰ ਕਰਦੇ ਨੇ। ਤੇ ਅਸੀਂ ਆਪਣੇ ਬਹੁਤ ਪਿਆਰੇ ਪਿਆਰੇ ਮਹਿਮਾਨ ਜਿਸ ਤਰ੍ਹਾਂ ਅੰਜਮ ਜੀ ਬੈਠੇ ਦੇ ਨੇ, ਅਸੀਂ ਲੈ ਕੇ ਆਉਂਦੇ ਹਾਂ ਤੇ ਕਿੰਨੀ ਇਨਫੋਰਮੇਸ਼ਨ ਜਿਹੜੀ ਹੈ ਨਾ ਉਹ ਤੁਹਾਨੂੰ ਮਿਲਦੀ ਹੈ। ਤੇ ਤੁਸੀਂ ਡਾਇਮੰਡ ਦੇ ਬਾਰੇ 'ਚ ਅਗਰ ਥੋੜਾ ਦੱਸ ਦਵੋ, ਕਿਉਂਕਿ ਟਾਈਮ ਸਿਰਫ ਡਾਇਮੰਡ ਜਿਹੜਾ ਜੇ ਉਹ 4 ਸੀ ਹੁੰਦੇ ਨੇ ਡਾਇਮੰਡ ਲਈ। ਅਸੀਂ ਡਿਫਾਈਨ ਕਰਦੇ ਹਾਂ ਡਾਇਮੰਡ ਨੂੰ ਲਾਈਕ ਕੱਟ,
ਕਲਰ ਕਲੈਰਿਟੀ ਐਂਡ ਕੈਰਟ ਵੇਟ। ਹੂੰ ਤੇ ਡਾਇਮੰਡ ਦੀਆਂ ਪ੍ਰਾਈਸਿਸ ਵੀ ਐਸੇ ਹਿਸਾਬ ਦੇ ਨਾਲ ਚੱਲਦੀਆਂ ਨੇ ਕਿ ਹੂੰ ਕੱਟ ਜਿਹੜੀ ਹੈ ਡਿਫਰੈਂਟ ਕੱਟਸ ਦੀਆਂ ਡਿਫਰੈਂਟ ਪ੍ਰਾਈਸਿਸ ਨੇ, ਫਿਰ ਡਿਫਰੈਂਟ ਕਲਰ ਕਲੈਰਿਟੀ, ਲਾਈਕ ਹੂੰ ਕਲੈਰਿਟੀ ਵਿੱਚ ਉਹਦੇ 'ਚ ਕਿੰਨਾ ਕਾਰਬਨ ਹੈ, ਜੇ ਉਹ ਬਿਲਕੁਲ ਫਲਾਲੈਸ ਹੁੰਦਾ ਹੈ ਤਾਂ ਉਹ ਤੇ ਮੋਸਟ ਐਕਸਪੈਂਸਿਵ। ਤੇ ਹੂੰ ਬਹੁਤ ਹੀ ਕੁਆਲਿਟੀਜ਼ ਨੇ ਇਹਦੇ ਵਿੱਚ, ਡਿਫਰੈਂਟ ਪ੍ਰਾਈਸ ਵੀ ਉਸ ਹਿਸਾਬ ਨਾਲ ਜਾਂਦੀ ਸੀ ਇਹਦੇ ਵਿੱਚ। ਬਾਕੀ ਸਾਡੇ ਸਾਰੇ ਭੈਣ ਭਰਾ ਇਹ ਪ੍ਰੋਗਰਾਮ ਤੇ ਦੇਖਦੇ ਨੇ ਤੇ ਇਹਨਾਂ ਦੀ ਸ਼ਾਪ ਤੇ ਜ਼ਰੂਰ ਜਾਈਓ, ਆਕਸਫੋਰਡ ਜੁਐਲਰ, ਯਾਦ ਰੱਖਿਓ ਆਕਸਫੋਰਡ ਜੁਐਲਰ। ਜੀ ਬਹੁਤ ਸ਼ੁਕਰੀਆ ਤੁਹਾਡਾ ਫਰਜ਼ਾਨਾ ਜੀ, ਬਹੁਤ ਤੇ ਸ਼ੁਕਰੀਆ ਸਮਰੀਨ ਜੀ। ਭੈਣ ਭਰਾਵਾਂ ਦਾ ਵੀ ਬਹੁਤ ਦੇ ਲੋਕ ਸ਼ੁਕਰੀਆ ਸਾਡੇ ਵੱਲੋਂ ਰੱਬ